ਵਾਇਸ ਆਫ ਇੰਡੀਆ ਤੇ ਆਪ ਸਾਰਿਆਂ ਦਾ ਸਵਾਗਤ ਹੈ ਜੀ। ਮੈਂ ਤੁਹਾਡਾ ਹੋਸਟ ਐਮਪੀ ਸਿੰਘ ਤੇ ਮੇਰੇ ਨਾਲ ਕਿਸਾਨੀ ਅੰਦੋਲਨ ਦੇ ਸੰਬੰਧ ਵਿੱਚ ਗੱਲਬਾਤ ਕਰਨ ਵਾਸਤੇ ਹਾਜ਼ਰ ਨੇ ਲਖਵਿੰਦਰ ਕੌਸ਼ਿਕ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਲਖਵਿੰਦਰ ਜੀ, ਜੀ 75 ਕੁ ਦਿਨ ਤੋਂ ਉੱਪਰ ਹੋ ਗਿਆ ਜੀ ਟਾਈਮ ਜੀ ਜੀ ਜਦੋਂ ਕਿਸਾਨ ਵੱਖਰੇ ਵੱਖਰੇ ਸੂਬਿਆਂ ਤੋਂ, ਜੀ। ਮੈਂ ਗੱਲ ਬਾਹਰ ਜ਼ੋਰ ਦੇ ਕੇ ਕਹਿਣਾ ਚਾਹੁੰਦਾ ਜੀ ਜੀ ਕਿ ਵੱਖ-ਵੱਖ ਹਿੰਦੁਸਤਾਨ ਦੇ ਵੱਖ-ਵੱਖ ਸੂਬਿਆਂ ਤੋਂ ਜੀ ਕਿਸਾਨ ਆਪਦੀਆਂ ਹੱਕੀ ਮੰਗਾਂ ਵਾਸਤੇ ਦਿੱਲੀ ਦੀਆਂ ਵਰੂਹਾਂ ਤੇ ਆ ਕੇ ਬੈਠੇ ਆ ਬੈਠੇ ਸੀ ਜੀ, ਬਿਲਕੁਲ। ਔਰ ਉਹਨਾਂ ਨੇ ਆਪਦੀ ਜਿਹੜੀ ਮੂਵਮੈਂਟ ਆ, ਆਪਦਾ ਅੰਦੋਲਨ ਆ, ਆਪਦੀ ਜਿਹੜੀ ਲੜਾਈ ਆ, ਉਹਨੂੰ ਬੜੇ ਸਿਆਣਪ ਭਰੇ ਤਰੀਕੇ ਦੇ ਨਾਲ ਸ਼ਾਂਤੀਪੂਰਵਕ ਤੱਕ ਚਲਾਇਆ। ਸ਼ਾਂਤੀਪੂਰਵਕ। ਜੀ ਜੀ ਬਹੁਤ ਸਾਰੇ ਲੋਕ ਕਈ ਵਾਰੀ ਇੰਝ ਗੱਲ ਕਰਦੇ ਆ ਜੀ, ਉਹ ਸ਼ਾਂਤੀ ਕਿੱਥੇ ਰਹੀ? ਜੀ। ਉਹ 26 ਤਰੀਕ ਨੂੰ ਕੀ ਹੋਇਆ ਸੀ? ਜੀ ਜੀ 26 ਤਰੀਕ ਨੂੰ ਕਿਸਾਨਾਂ ਨੇ ਨਹੀਂ ਕੀਤਾ ਸੀ। ਜੀ, ਬਿਲਕੁਲ। ਮੈਂ ਗੱਲ ਬੜੀ ਜ਼ਿੰਮੇਵਾਰੀ ਨਾਲ ਕਹਿਣਾ ਚਾਹੁੰਦਾ ਕਿ 26 ਤਰੀਕ ਨੂੰ ਲਾਲ ਕਿਲ੍ਹੇ ਵੱਲ ਜਾਣ ਦਾ ਕਿਸਾਨਾਂ ਦਾ ਕੋਈ ਪਲਾਨ ਨਹੀਂ ਸੀ, ਕੋਈ ਅਨਾਉਂਸਮੈਂਟ ਨਹੀਂ ਸੀ। ਜੀ ਜੀ ਬਿਲਕੁਲ। 26 ਤਰੀਕ ਨੂੰ ਲਾਲ ਕਿਲ੍ਹੇ ਤੇ ਜਾ ਕੇ ਖਾਲਸਾਈ ਝੰਡਾ ਚੜਾਉਣਾ ਜਾਂ ਨਿਸ਼ਾਨ ਸਾਹਿਬ ਚੜਾਉਣਾ ਜਾਂ ਇੱਥੋਂ ਤੱਕ ਕਿ ਇੱਕ ਜਿਹੜੀ ਕਿਸੇ ਕਿਸਾਨ ਯੂਨੀਅਨ ਦਾ ਝੰਡਾ ਚੜਾਉਣਾ ਜੀ ਜੀ ਕਿਸਾਨੀ ਅੰਦੋਲਨ ਦੀ ਪਲੈਨਿੰਗ ਨਹੀਂ ਨਹੀਂ ਸੀ। ਸੀ। ਇਹ ਉਹਨਾਂ ਦੇ ਪਲਾਨ ਦਾ ਹਿੱਸਾ ਨਹੀਂ ਸੀ। ਜੀ ਬਿਲਕੁਲ। ਜਿਨ੍ਹਾਂ ਲੋਕਾਂ ਨੇ ਇਹ ਕੰਮ ਕੀਤਾ ਅਸੀਂ ਉਹਦੀ ਸ਼ਲਾਘਾ ਨਹੀਂ ਕੀਤੀ, ਜੀ ਬਿਲਕੁਲ। ਨਾ ਕਰਾਂਗੇ। ਜੀ ਠੀਕ ਹੈ ਜੀ। ਅਸੀਂ ਕਿਸਾਨਾਂ ਦੇ ਨਾਲ, ਜੀ। ਕਿਸਾਨਾਂ ਦੀਆਂ ਜਿਹੜੀਆਂ ਹੱਕੀ ਮੰਗਾਂ ਹੈਗੀਆਂ ਅਸੀਂ ਉਹਨਾਂ ਦੇ ਲਈ ਆਵਾਜ਼ ਉਠਾਉਂਦੇ ਆ, ਜੀ। ਉਠਾਉਂਦੇ ਰਵਾਂਗੇ। ਜੀ ਬਿਲਕੁਲ। ਇਹ ਸਾਡਾ ਫਰਜ਼ ਬਣਦਾ। ਜੀ ਜੀ ਬਿਲਕੁਲ। ਇੱਕ ਮੀਡੀਆ ਦੇ ਵਿੱਚ ਬੈਠ ਕੇ ਵੀ ਸਾਡਾ ਇਹ ਫਰਜ਼ ਬਣਦਾ ਕਿ ਅਸੀਂ ਕਿਸੇ ਵੀ ਹੱਕੀ ਅੰਦੋਲਨ ਦੀ ਜੀ। ਸਪੋਰਟ ਕਰੀਏ। ਜੀ ਜੀ ਹੁਣ ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨੀ ਚਾਹੁੰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਇਹ ਪਹਿਲਾਂ ਹੋਇਆ ਪੰਜਾਬ ਵਿੱਚ, ਪਹਿਲੀ ਵਾਰੀ ਹੋਈ ਗੱਲ ਜੀ ਜਿਹੜੀ ਤੁਸੀਂ ਕਰ ਰਹੇ ਜੀ, ਸੀ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ, ਜੀ, ਜੀ। ਮਹਾਪੰਚਾਇਤ ਦਾ ਜੀ। ਕਨਸੈਪਟ, ਜੀ। ਮਹਾਪੰਚਾਇਤ ਦੀ ਗੱਲ। ਜੀ, ਜੀ। ਮਹਾਪੰਚਾਇਤਾਂ ਪੰਜਾਬ ਵਿੱਚ ਨਹੀਂ ਸੀ ਹੁੰਦੀਆਂ। ਜੀ ਬਿਲਕੁਲ। ਅਸਲ ਵਿੱਚ ਗੱਲ ਸ਼ੁਰੂ ਕਿੱਥੋਂ ਹੋਈ? ਇੱਕ ਦਿਨ ਅੱਗੇ ਪ੍ਰੋਗਰਾਮ ਦੇ ਵਿੱਚ ਮੈਂ ਥੋੜੀ ਜਿਹੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ, ਦੁਬਾਰਾ ਦਿੰਦਾ ਜੀ ਜੀ ਕਿ ਹਰਿਆਣੇ ਵਿੱਚ, ਯੂਪੀ ਵਿੱਚ ਤੇ ਰਾਜਸਥਾਨ ਦੇ ਵਿੱਚ ਖਾਪ ਪੰਚਾਇਤਾਂ ਹੁੰਦੀਆਂ। ਜੀ ਜੀ ਬਿਲਕੁਲ। ਖਾਪ ਪੰਚਾਇਤਾਂ ਦਾ ਮਤਲਬ ਹੁੰਦਾ ਪਿੰਡ ਦੀ ਸਾਰੀ ਪੰਚਾਇਤ, ਸਾਰੇ ਲੋਕ ਜੀ ਇੱਕ ਸਾਂਝੇ ਥਾਂ ਤੇ ਬੈਠ ਕੇ ਕਿਸੇ ਵੀ ਮਸਲੇ ਤੇ ਵਿਚਾਰ ਵਿਚਾਰ ਕਰਦੇ। ਕਰਦੇ ਨੇ। ਪੰਚਾਇਤ ਉਹਨੂੰ ਕਹਿੰਦੇ ਆ ਜੀ। ਸਾਡੇ ਉੱਥੇ ਵਿਧਾਨਕ ਤੌਰ ਤੇ ਜਿਹੜਾ ਇੱਕ ਸਰਪੰਚ ਹੁੰਦਾ, ਪੰਜ ਜੀ ਸਰਪੰਚ, 5-7 ਪੰਚ ਹੁੰਦੇ ਨੇ ਜੀ। ਉਹ ਸਰਕਾਰ ਦੇ ਵੱਲੋਂ ਇਲੈਕਸ਼ਨ ਕਰਵਾਈ ਜਾਂਦੀ ਆ, ਉਹ ਸਰਕਾਰ ਦੇ ਵੱਲੋਂ ਦਿੱਤੀਆਂ ਗ੍ਰਾਂਟਾਂ ਨੂੰ ਵਰਤਦੇ ਆ, ਪਿੰਡ ਵਿੱਚ ਕੰਮ ਕਰਦੇ ਆ। ਉਹ ਇੱਕ ਡਿਫਰੈਂਟ ਹੁੰਦਾ ਸਾਰਾ ਕੁਝ। ਜੀ ਜੀ ਬਿਲਕੁਲ। ਪਰ ਜਿਹੜੀ ਖਾਪ ਪੰਚਾਇਤ ਹੁੰਦੀ ਆ, ਉਹ ਹੁੰਦਾ ਜਿੱਦਾਂ ਮੰਨ ਲਓ ਕਿ ਪਿੰਡ ਦੇ ਵਿੱਚ ਸਾਂਝਾ ਮਸਲਾ, ਜੀ। ਸਾਰਿਆਂ ਨੂੰ ਸੱਦ ਲੈਣਾ। ਜੀ 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 ਬਿਲਕੁਲ। ਪਿੰਡ ਦੇ ਚੌਧਰੀ ਸਾਰੇ ਹੀ ਆ ਜਾਣੇ, ਜੀ, ਜੀ। ਛੋਟੇ ਵੱਡੇ ਜਿੱਦਾਂ ਦੇ ਵੀ ਬੰਦਾ ਹੈਗਾ, ਜੀ। ਹਰ ਇੱਕ ਬੰਦੇ ਨੂੰ ਉੱਥੇ ਬੋਲਣ ਦਾ ਹੱਕ ਹੁੰਦਾ ਸੀ। ਇਹ ਜੀ। ਖਾਪ ਪੰਚਾਇਤਾਂ ਦੀ ਗੱਲ। ਜੀ ਜੀ ਫਿਰ ਇਹ ਜਿਹੜੀ ਮਹਾਪੰਚਾਇਤ ਦੀ ਗੱਲ ਆਈ, ਉਦੋਂ ਖਾਪ ਪੰਚਾਇਤ ਹੋ ਕੇ ਇਹ ਹੁੰਦਾ ਸੀ ਮਹਾਪੰਚਾਇਤ ਵੀ ਪੂਰੇ ਇਲਾਕੇ ਦੀ ਪੰਚਾਇਤ। ਪੂਰੇ ਜੀ। ਠੀਕ ਹੈ। ਇਹ ਜਿਹੜਾ ਕਨਸੈਪਟ ਹੈਗਾ ਇਹ ਹਰਿਆਣੇ ਵਿੱਚ ਹੈਗਾ, ਜੀ। ਇਹ ਰਾਜਸਥਾਨ 'ਚ ਹੈਗਾ, ਜੀ। ਉੱਤਰ ਪ੍ਰਦੇਸ਼ 'ਚ ਉੱਤਰ ਹੈਗਾ। ਪ੍ਰਦੇਸ਼ 'ਚ, ਜੀ। ਪਰ ਪਹਿਲੀ ਵਾਰੀ ਪੰਜਾਬ ਵਿੱਚ ਹੋਇਆ। ਜੀ ਜੀ ਪੰਜਾਬ 'ਚ ਕਦੋਂ ਆਇਆ? ਮਹਾਪੰਚਾਇਤ ਜਿਹੜੀ ਇਸ ਅੰਦੋਲਨ ਦੇ ਦੌਰਾਨ ਪਹਿਲੀ ਹੋਈ, ਉਹ ਹੋਈ ਸੀ ਰਕੇਸ਼ ਟਕੈਤ ਵੱਲੋਂ ਜਿਹੜਾ ਸੁਨੇਹਾ ਦਿੱਤਾ ਗਿਆ ਸੀਗਾ ਕਿ ਜੀ। ਮੈਂ ਹੁਣ ਪਿੰਡ ਦਾ ਆਪਦੇ ਦਾ ਪਾਣੀ ਪੀਣਾ। ਜੀ ਬਿਲਕੁਲ। ਠੀਕ ਹੈ ਜੀ। ਜੀ ਜੀ ਔਰ ਇਸ ਆਵਾਜ਼ ਦੇ ਨਾਲ ਹੀ ਰਾਤੋਂ ਰਾਤ ਹਜ਼ਾਰਾਂ ਦੀ ਗਿਣਤੀ 'ਚ ਲੋਕ ਉੱਥੇ ਇਕੱਠੇ ਹੋ ਗਏ। ਜੀ ਜੀ ਬਿਲਕੁਲ। ਉਹਨਾਂ ਦੇ ਪਿੰਡ। ਜੀ। ਔਰ ਫਿਰ ਉਹਨਾਂ ਨੇ ਚਾਲੇ ਪਾਤੇ ਦਿੱਲੀ ਵੱਲ ਨੂੰ। ਜੀ, ਜੀ। ਤੇ ਅੰਦੋਲਨ ਨੂੰ ਇੱਕ ਨਵਾਂ ਹੁਲਾਰਾ ਜਿਹੜਾ ਸੀ 2 ਦਿਨਾਂ ਬਾਅਦ ਬਿਲਕੁਲ ਮਿਲ ਜੀ। ਗਿਆ। ਜਿਹੜਾ ਮਤਲਬ 26 ਤਰੀਕ ਦੇ ਜਿਹੜੇ ਉਸ ਤੋਂ ਬਾਅਦ ਅੰਦੋਲਨ ਨੂੰ ਥੋੜੀ ਜਿਹੀ ਢਾਲ ਲੱਗੀ ਸੀ, ਉਹ ਬਿਲਕੁਲ ਇੱਕਦਮ ਹੀ ਮਤਲਬ ਮੂਵਮੈਂਟ ਆ ਜਿਹੜੀ ਉਹ ਚੇਂਜ ਹੋ ਚੁੱਕੀ। ਬਿਲਕੁਲ। ਜੀ। ਔਰ ਇਹ ਕਨਸੈਪਟ ਦੁਬਾਰਾ ਪੰਜਾਬ ਵਿੱਚ ਵੀ ਆਇਆ। ਜੀ। ਹਰਿਆਣੇ ਵਿੱਚ ਤਾਂ ਬੜੀ ਥਾਵਾਂ ਤੇ ਜੀ। ਪੰਚਾਇਤਾਂ ਹੋ ਚੁੱਕੀਆਂ, ਮਹਾਪੰਚਾਇਤਾਂ। ਜੀ। ਪੰਜਾਬ ਵਿੱਚ ਪਹਿਲੀ ਵਾਰੀ ਜਗਰਾਉਂ ਹੋਇਆ। ਜੀ ਬਿਲਕੁਲ। ਜਗਰਾਉਂ ਵਿੱਚ ਇੰਨੀ ਕੁ ਜ਼ਿਆਦਾ ਗਿਣਤੀ ਲੋਕ ਇਕੱਠੇ ਹੋਏ, ਜੀ। ਔਰਤਾਂ ਵੀ, ਜੀ। ਮਰਦ ਵੀ, ਨੌਜਵਾਨ ਵੀ, ਜੀ, ਜੀ। ਬੱਚੇ ਵੀ, ਜੀ, ਜੀ, ਜੀ। ਹਰ ਇੱਕ ਵਰਗ ਦੇ। ਜੀ, ਕਿਸਾਨਾਂ ਨੇ ਤਾਂ ਆਉਣਾ ਹੀ ਆਉਣਾ, ਜੀ, ਜੀ। ਮਜ਼ਦੂਰਾਂ ਨੇ ਤਾਂ ਆਉਣਾ ਹੀ ਆਉਣਾ, ਜੀ, ਬਿਲਕੁਲ। ਦੂਜੇ ਮੁਲਾਜ਼ਮ ਮੁਲਾਜ਼ਮ ਵੀ, ਵਰਗ। ਸਟੂਡੈਂਟ ਵੀ, ਜੀ, 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 ਜਿਹੜੇ ਹੈਗੇ ਆ, ਜਿਹੜੇ ਬਿਜਲੀ ਵਾਲੇ ਮਹਿਕਮੇ ਦੇ, ਰੋਡਵੇਜ਼ ਦੇ, ਵਕੀਲ, ਪ੍ਰੋਫੈਸਰ, ਕੋਈ ਵੀ ਇਦਾਂ ਦੀ ਧਿਰ ਨਹੀਂ ਸੀ ਜਿਹੜੀ ਉੱਥੇ ਸ਼ਾਮਲ ਨਹੀਂ ਹੋਏ। ਜੀ ਬਿਲਕੁਲ। ਉੱਥੇ ਜਿਹੜਾ ਇਕੱਠ ਸੀਗਾ ਜੀ, ਪੂਰਾ ਸਿਸਟਮੈਟਿਕਲੀ ਇਕੱਠ ਸੀ। ਕੋਈ ਦੇਖੋ ਰੌਲਾ ਰੱਪਾ ਨਹੀਂ ਪਿਆ, ਕੋਈ ਕਿਸੇ ਦੀ ਲੜਾਈ ਪੜਾਈ ਦਾ ਨਹੀਂ ਆਇਆ। ਸਿਰਫ ਕਿਸਾਨਾਂ ਨੇ ਉੱਥੇ ਪਹੁੰਚ ਕੇ ਦੱਸਿਆ ਵੀ ਐਡਾ ਵੱਡਾ ਇਕੱਠ ਆ। ਬਕਾਇਦਾ ਵੱਡੇ ਲੀਡਰ ਵੀ ਆਏ ਨੇ ਉੱਥੇ ਜਿਹੜੇ। ਹਾਂਜੀ ਬਿਲਕੁਲ। ਜੀ। ਕਈ ਤੁਸੀਂ ਵੱਡੇ ਲੀਡਰਾਂ ਦੀ ਗੱਲ ਕੀਤੀ ਜੀ। ਕਈ ਬੰਦੇ ਸ਼ਿਕਾਇਤ ਕਰਦੇ, ਕਈ ਲੋਕ ਜੀ। ਸੋਸ਼ਲ ਮੀਡੀਆ ਤੇ ਸ਼ਿਕਾਇਤ ਕਰਦੇ ਜੀ ਫਲਾਨਾ ਲੀਡਰ ਕਿਉਂ ਨਹੀਂ ਆਇਆ ਜੀ।
ਦੇਖੋ ਇਹਦੇ 'ਚ ਇੱਕ ਗੱਲ ਹੈ ਕਿ ਕਿਸਾਨਾਂ ਦੀ ਲੀਡਰਸ਼ਿਪ ਜਿਹੜੀ ਆ ਉਹ ਸੋਚਦੀ ਹੈ ਜੀ ਕਿ ਕਿੱਥੇ ਇਕੱਠ ਕਰਨਾ ਤੇ ਕਿਹਨੇ ਜਾਣਾ। ਜੀ ਜੀ ਇਹ ਉਹਨਾਂ ਦੀ ਪਲੈਨਿੰਗ। ਜੀ 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 ਬਿਲਕੁਲ। ਹੁਣ ਦਿੱਲੀ ਦਾ ਸਾਰਾ ਹੀ ਮੋਰਚਾ ਛੱਡ ਕੇ ਜੀ ਉਹ ਪੰਜਾਬ ਵੱਲ ਨੂੰ ਵੀਰਾਂ ਘੱਤ ਲੈਣ, ਇਹ ਵੀ ਕੋਈ ਯੋਗ ਗੱਲ ਨਹੀਂ ਬਣਦੀ। ਜੀ ਬਿਲਕੁਲ। ਦਿੱਲੀ ਬੈਠੇ ਰਹਿਣ ਤੇ ਪੰਜਾਬ ਵਿੱਚ ਹੋਰ ਲੀਡਰ ਚਲਾਉਣ, ਇਹ ਵੀ ਕੋਈ ਗੱਲ ਨਹੀਂ ਬਣਦੀ। ਜੀ ਬਿਲਕੁਲ। ਉਹ ਆਪਣੀ ਵੱਖਰੀ ਪਲੈਨਿੰਗ ਕਰਦੇ ਰਹਿੰਦੇ ਨੇ, ਜਿਸ ਤਰ੍ਹਾਂ ਹੁਣ ਪੰਜਾਬ ਤੋਂ ਬਾਅਦ ਸ਼ਾਇਦ ਅੱਗੇ ਕਰਨਾਲ ਦੇ ਨੇੜੇ ਤੇੜੇ ਜਾਂ ਹੋਰ ਵੱਖਰੇ ਸੂਬਿਆਂ ਦੇ ਵਿੱਚ ਵੀ ਮਹਾਂ ਪੰਚਾਇਤਾਂ ਨੇ। ਬਿਲਕੁਲ ਜੀ, ਪੰਜਾਬ ਵਿੱਚ ਹੀ ਇੱਕ ਹੋਰ ਹੋ ਰਹੀ, ਉਹਦਾ ਨਾਮ ਮਹਾਂ ਪੰਚਾਇਤ ਨਹੀਂ ਹੈਗਾ। ਜੀ ਜੀ 21 ਤਰੀਕ ਨੂੰ ਬਰਨਾਲੇ ਜੀ ਕਿਸਾਨ ਮਜ਼ਦੂਰ ਏਕਤਾ ਮਹਾ ਰੈਲੀ ਹੋ ਰਹੀ, ਉਹਦਾ ਨਾਂ ਇਹ ਰੱਖਿਆ ਉਹਨੇ। ਮਹਾ ਪੰਚਾਇਤ ਕਿਉਂ ਨਹੀਂ ਰੱਖਿਆ ਮੈਨੂੰ ਨਹੀਂ ਪਤਾ। ਮਹਾ ਰੈਲੀ ਦਾ ਮਤਲਬ ਤਾਂ ਉਹੀ ਹੁੰਦਾ ਕਿ ਵੱਧ ਤੋਂ ਵੱਧ ਲੋਕੀ ਪਹੁੰਚਣ ਕਿਸਾਨਾਂ ਤੇ ਮਜ਼ਦੂਰਾਂ ਦੀ। ਉਹ ਬਰਨਾਲੇ ਹੋ ਰਹੀ 21 ਤਰੀਕ ਨੂੰ। ਪਰ ਉਸ ਤੋਂ ਪਹਿਲਾਂ ਕਿਸਾਨਾਂ ਨੇ 14 ਤਰੀਕ ਨੂੰ, ਜਿਹੜੀ ਹੁਣ ਸਵੇਰ ਚੜ੍ਹਨ ਵਾਲੀ ਆ, ਹੋਰ 2 ਘੰਟਿਆਂ ਤੱਕ ਉੱਥੇ ਇਲੈਕਸ਼ਨਾਂ ਵੋਟਾਂ ਪੈਣੀਆਂ ਸ਼ੁਰੂ ਹੋ ਜਾਣੀਆਂ। ਇਸੇ ਦਿਨ ਹੀ ਕਿਸਾਨਾਂ ਨੇ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦਾ ਪ੍ਰੋਗਰਾਮ ਬਣਾਇਆ। ਜੀ ਪੁਲਵਾਮਾ ਵਿੱਚ ਅੱਜ ਤੋਂ 2 ਸਾਲ ਪਹਿਲਾਂ ਸਾਨੂੰ ਪਤਾ ਕਿ ਇੱਕ ਬਹੁਤ ਵੱਡਾ ਇਨਸੀਡੈਂਟ ਵਾਪਰਿਆ, ਜਿਹਦੇ ਵਿੱਚ ਸੈਂਕੜੇ ਸਾਡੇ ਜਿਹੜੇ ਸੀਗੇ, ਸੈਂਕੜੇ ਨਹੀਂ 40-45 ਜਿਹੜੇ ਸੀਗੇ ਫੌਜੀ ਜਵਾਨ ਉਹ ਸ਼ਹੀਦ ਹੋਏ। ਬਾਕੀ ਸੈਂਕੜੇ ਇਸ ਤਰ੍ਹਾਂ ਦੇ, ਬਾਕੀ ਜ਼ਖਮੀ ਬਹੁਤ ਹੋਏ ਸੀ। ਜ਼ਖਮੀ ਬਹੁਤ ਹੋਏ ਸੈਂਕੜੇ ਦੇ ਵਿੱਚ। ਉਹ ਵੀ ਗੱਲ ਨਾਲ ਕਿ ਹੁਣ ਤੱਕ ਜਿਹੜਾ ਇਹਨਾਂ ਨੇ 14 ਤਰੀਕ ਨੂੰ ਇਹ ਸ਼ਰਧਾਂਜਲੀ ਸਮਾਗਮ ਰੱਖੇ ਆ ਥਾਂ ਤੇ, ਉਹਨਾਂ ਦੇ ਵਿੱਚ ਕੈਂਡਲ ਮਾਰਚ ਵੀ ਹੋਣਾ, ਕਈ ਜਗ੍ਹਾ ਮੌਨ ਜਲੂਸ ਵੀ ਹੋਣੇ ਆ। ਠੀਕ ਹੈ ਜੀ। ਇਹ ਉਹਨਾਂ ਸ਼ਹੀਦਾਂ ਨੂੰ ਵੀ ਵਿੱਚ ਸ਼ਾਮਲ ਕੀਤਾ ਗਿਆ ਜਿਹੜੇ ਹੁਣ ਤੱਕ ਕਿਸਾਨੀ ਮੋਰਚੇ 'ਚ ਸ਼ਹੀਦ ਹੋ ਚੁੱਕੇ ਨੇ, ਉਹਨਾਂ ਨੂੰ ਵੀ ਨਾਲ ਜੋੜਿਆ ਗਿਆ। ਉਹ ਸੈਂਕੜੇ ਦੀ ਗਿਣਤੀ 'ਚ 200 ਤੋਂ ਵੱਧ ਆ। ਠੀਕ ਹੈ ਜੀ। ਸੋ ਮਤਲਬ ਇਸ ਤਰੀਕ 14 ਦੀ ਗੱਲ। ਉਸ ਤੋਂ ਬਾਅਦ 16 ਤਰੀਕ ਨੂੰ ਸਰ ਛੋਟੂ ਰਾਮ, ਜਿਹੜੇ ਬੜੇ ਵੱਡੇ ਕਿਸਾਨ ਆਗੂ ਹੋਏ ਆ, ਜਿਨ੍ਹਾਂ ਨੂੰ ਹਰਿਆਣੇ ਦੇ ਵਿੱਚ ਬਹੁਤ ਹੀ ਸਤਿਕਾਰ ਜਿਹੜਾ ਉਹ ਮਿਲਦਾ। ਅਣਵੰਡਿਆ ਪੰਜਾਬ ਜਿਹੜਾ ਸੀ, ਉਹਦੇ ਉਹ ਬਹੁਤ ਵੱਡੇ ਲੀਡਰ ਸੀਗੇ। ਔਰ ਸਰਕਾਰ ਦੇ ਨਾਲ ਜਿਹੜੀ ਉਸ ਵੇਲੇ ਦੀ ਸਰਕਾਰ, ਜਿਹੜੀ ਅੰਗਰੇਜ਼ਾਂ ਦੀ ਸਰਕਾਰ, ਉਹਦੇ ਨਾਲ ਵੀ, ਤੇ ਉਸ ਤੋਂ ਬਾਅਦ ਜਿਹੜੀ ਭਾਰਤ ਦੀ ਸਰਕਾਰ, ਉਹਦੇ ਨਾਲ ਵੀ ਉਹਨਾਂ ਨੇ ਮੱਥਾ ਲਾਇਆ। ਤੇ ਸਰ ਛੋਟੂ ਰਾਮ ਦਾ ਜਿਹੜਾ ਵਾ ਉਹ ਜਨਮ ਦਿਨ ਉਹਦਾ ਜਿਹੜਾ ਬੜੇ ਉਤਸ਼ਾਹ ਦੇ ਨਾਲ ਮਨਾਉਣ ਦੀ ਗੱਲ ਕੀਤੀ ਗਈ ਹੈ। ਕਿਸਾਨਾਂ ਨੇ ਅਸਲ ਵਿੱਚ ਨਵੀਆਂ ਪਰੰਪਰਾਵਾਂ ਸ਼ੁਰੂ ਕੀਤੀਆਂ। ਕੌਸ਼ਿਕ ਸਾਹਿਬ, ਲੱਗਦਾ ਨਹੀਂ ਸੀਗਾ ਕਿ ਕਿਸਾਨੀ ਅੰਦੋਲਨ 'ਚ ਸੁਭਾਸ਼ ਚੰਦਰ ਬੋਸ ਦਾ ਦਿਨ ਮਨਾਇਆ ਜਾਊਗਾ। ਲੱਗਦਾ ਨਹੀਂ ਸੀਗਾ ਕਿ ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਮਨਾਇਆ ਜਾਊਗਾ। ਲੱਗਦਾ ਨਹੀਂ ਸੀਗਾ ਕਿ ਉੱਥੇ ਸਰ ਛੋਟੂ ਰਾਮ ਦੀ ਗੱਲ ਕੀਤੀ ਜਾਊਗੀ। ਇਹ ਕਿਸਾਨੀ ਅੰਦੋਲਨ ਨੇ ਇੱਕ ਨਵੇਂ ਰਾਹ ਦਿਖਾਏ ਹੈਗੇ ਆ, ਔਰ ਇੱਕ ਜਿਹੜਾ ਇਹਦੇ ਨਾਲ ਭਾਈਚਾਰਾ ਮਜ਼ਬੂਤ ਹੋਇਆ, ਲੋਕਾਂ 'ਚ ਏਕਾ ਮਜ਼ਬੂਤ ਹੋਇਆ, ਲੋਕਾਂ ਦੀ ਗੱਲ ਵਿੱਚ ਜਿਹੜੀ ਉਹ ਵਜ਼ਨਦਾਰ ਹੋਈ ਹੈ। 14 ਤੋਂ ਬਾਅਦ 16 ਦੀ ਗੱਲ ਸਰ ਛੋਟੂ ਰਾਮ ਵਾਲੀ। 18 ਤਰੀਕ ਨੂੰ ਪੂਰੇ ਭਾਰਤ ਵਿੱਚ 4 ਘੰਟੇ ਲਈ ਜਿਹੜਾ ਰੇਲ ਰੋਕੋ ਜਿਹੜਾ ਅੰਦੋਲਨ ਚੱਲਣਾ ਹੈਗਾ, 12 ਤੋਂ 4 ਗੱਡੀਆਂ ਰੋਕੀਆਂ ਜਾਣੀਆਂ। ਪੰਜਾਬ ਵਿੱਚ ਤਾਂ ਪਹਿਲਾਂ ਵੀ ਰੁਕੀਆਂ ਸੀ, ਚੱਲਦੀਆਂ ਨਹੀਂ, ਕੁਝ ਰੂਟਾਂ ਤੇ ਚੱਲਦੀਆਂ, ਪਰ ਪੂਰੇ ਪੰਜਾਬ ਨੂੰ ਛੱਡ ਕੇ ਪੂਰੇ ਭਾਰਤ ਵਿੱਚ ਇਹ ਜਿਹੜਾ ਅੰਦੋਲਨ ਆ ਇਹ ਫੈਲ ਰਿਹਾ ਹੈਗਾ। ਜੀ ਬਿਲਕੁਲ। ਉਹ ਕਿਸਾਨਾਂ ਨੇ ਇੱਕ ਹੋਰ ਵੀ ਉੱਥੇ ਜਿਹੜਾ ਫੈਸਲਾ ਲਿਆ ਹੈ, ਉਹ ਰਾਜਸਥਾਨ ਦੇ ਜਿਹੜੇ ਟੋਲ ਪਲਾਜ਼ਾ ਨੇ ਉਹਨਾਂ ਨੂੰ ਫ੍ਰੀ ਕਰਾਉਣਾ। ਜੀ ਉਹ ਵੀ ਉਹਨਾਂ ਨੇ ਇਹਦੇ ਵਿੱਚ ਰੱਖਿਆ ਹੈ। ਬਿਲਕੁਲ ਜੀ। ਇਸ ਤਰੀਕੇ ਦੀ ਜਿਹੜੀ ਇਹ ਚੱਲ ਰਹੀ ਹੈਗੀ ਆ ਕਿਸਾਨੀ ਅੰਦੋਲਨ ਦੀ, ਸਟੈਪ ਬਾਈ ਸਟੈਪ ਜਿਹੜੀ ਇਹ ਉਹਨਾਂ ਦੇ ਅੰਦੋਲਨ ਦੇ ਪੜਾਅ ਵਾਈਜ਼ ਉਹਨਾਂ ਨੇ ਆਪਣੇ ਐਲਾਨ ਕੀਤੇ ਆ, ਜਿਹਦੇ ਨਾਲ ਅੰਦੋਲਨ ਨੂੰ ਬਹੁਤ ਵੱਡੀ ਮਜ਼ਬੂਤੀ ਮਿਲ ਰਹੀ ਹੈ। ਮੈਂ ਗੱਲ ਫਿਰ ਦੁਬਾਰਾ ਦੁਹਰਾਉਣਾ ਚਾਹੁੰਦਾ ਜੀ, ਬਹੁਤ ਸਾਰੇ ਮੀਡੀਆ ਗਰੁੱਪ ਜਿਹੜੇ ਸਰਕਾਰ ਦੇ ਝੋਲੀ ਚੁੱਕ ਹੈ, ਵਿਕਾਊ ਹੈ, ਭਾਵੇਂ ਉਹ ਟੀਵੀ ਹੈ, ਭਾਵੇਂ ਉਹ ਰੇਡੀਓ ਹੈ, ਭਾਵੇਂ ਵੱਡੀਆਂ ਅਖਬਾਰਾਂ, ਉਹ ਹੁਣ ਤੱਕ ਬਿਨਾਂ ਸ਼ੱਕ ਢੀਠਤਾਈ ਦੇ ਨਾਲ ਇਹੀ ਪ੍ਰਚਾਰ ਕਰੀ ਜਾ ਰਹੀਆਂ ਕਿ ਇਹ ਅੰਦੋਲਨ ਸਿਰਫ ਪੰਜਾਬ ਦਾ ਕਿਸਾਨਾਂ ਦਾ, ਜਾਂ ਉਹਦੇ 'ਚ ਥੋੜ੍ਹੇ ਜਿਹੇ ਹੁਣ ਹਰਿਆਣੇ ਦੇ ਆ ਜੁੜੇ ਆ, ਜਾਂ ਉਹ ਟਕੈਤ ਉਹਨਾਂ ਦਾ ਨਾਂ ਵਿੱਚ ਆਉਣ ਕਰਕੇ ਥੋੜ੍ਹੇ ਜਿਹੇ ਯੂਪੀ ਦੇ ਲੋਕ ਵੀ ਆ ਗਏ। ਇਹਨਾਂ ਨੂੰ ਪਤਾ ਨਹੀਂ ਹੈ ਕਿ ਇਸ ਅੰਦੋਲਨ ਵਿੱਚ ਬੰਗਾਲ ਤੋਂ ਵੀ ਕਿਸਾਨ ਆਏ ਆ, ਉੜੀਸਾ ਤੋਂ ਵੀ, ਤੇਲੰਗਾਨਾ ਤੋਂ ਵੀ, ਉੱਤਰਾਖੰਡ ਤੋਂ ਵੀ, ਕੇਰਲਾ ਤੋਂ ਵੀ, ਗੁਜਰਾਤ ਤੋਂ ਵੀ, ਸਾਰੇ ਜਗ੍ਹਾਵਾਂ ਤੋਂ ਲੋਕ ਜਿਹੜੇ ਆ, ਉਹ ਕਿਸਾਨ ਜਿਹੜੇ ਆ, ਉਹ ਭਾਵੇਂ ਉਹਨਾਂ ਦੀ ਗਿਣਤੀ ਥੋੜ੍ਹੀ ਹੈ ਬਹੁਤੀ ਹੈ, ਉਹ ਆਏ ਆ। ਔਰ ਵੱਡੀਆਂ 3 ਥਾਵਾਂ ਤੇ ਬਹੁਤ ਵੱਡੇ ਇਕੱਠ ਅੱਜ ਵੀ ਹੈਗੇ ਆ। ਪਤਾ ਨਹੀਂ ਮੀਡੀਆ ਨੂੰ ਕਿਉਂ ਨਹੀਂ ਦਿਸਦੇ, ਜਾਂ ਉਹਨਾਂ ਲੋਕਾਂ ਨੂੰ ਕਿਉਂ ਨਹੀਂ ਉਹਨਾਂ ਦੀ ਆਵਾਜ਼ ਸੁਣਦੀ। ਉਹ ਪੂਰੀ ਉਹਨਾਂ ਦੀ ਕੀ ਇਹ ਸਮਝਦਾਰੀ ਹੈ ਕਿ ਨਹੀਂ ਜੀ ਨਹੀਂ, ਇਹ ਤਾਂ ਸਿਰਫ ਥੋੜ੍ਹੇ ਜਿਹੇ ਲੋਕਾਂ ਦਾ ਅੰਦੋਲਨ ਹੈਗਾ। ਪ੍ਰਧਾਨ ਮੰਤਰੀ ਵੀ ਇੱਦਾਂ ਹੀ ਕਹਿੰਦੇ। ਜੀ ਬਿਲਕੁਲ। ਪ੍ਰਧਾਨ ਮੰਤਰੀ ਬੜੀਆਂ ਕੁਝ ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਚਾਹੁੰਦਾ ਜੀ। ਉਹ ਅਜੇ ਕਹਿੰਦੇ ਆ ਜੀ, ਹਾਂ ਇੱਕ ਗੱਲ ਮੈਂ ਤੁਹਾਨੂੰ ਦੱਸਣੀ ਭੁੱਲ ਗਿਆ ਕਿ ਇਸ ਅੰਦੋਲਨ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਜਿਨ੍ਹਾਂ ਦੇ ਕੋਲ ਟਰੈਕਟਰ ਨਹੀਂ ਹੈ, ਕਿਉਂਕਿ ਟਰੈਕਟਰ ਮਾਰਚ ਹੋਇਆ ਪੰਜਾਬ ਤੋਂ, ਹਰਿਆਣੇ ਤੋਂ ਲੋਕ ਟਰੈਕਟਰਾਂ ਤੇ ਆਏ, ਟਰਾਲੀਆਂ ਤੇ ਆਏ, ਕੁਝ ਲੋਕ ਗੱਡਿਆਂ ਤੇ ਵੀ ਆਏ। ਇਹਦਾ ਮਤਲਬ ਅੱਜ ਵੀ ਕਿਤੇ ਨਾ ਕਿਤੇ
ਟਰਾਂਸਪੋਰਟ ਦਾ ਸਾਧਨ ਜਿਹੜਾ ਵਾ ਉਹ ਗੱਡੇ। ਗੱਡੇ ਆ, ਜੀ, ਬਿਲਕੁਲ। ਔਰ ਗੱਡੇ ਜਿਹੜੇ ਆ ਉਹ ਬੈਲਾਂ ਦੇ ਨਾਲ ਹੀ ਜੀ, ਚੱਲਦੇ ਜੀ, ਹੈਗੇ, ਜੀ, ਤੇ ਉਹ ਗੱਡੇ ਲੈ ਕੇ ਅੰਦੋਲਨ 'ਚ ਸ਼ਾਮਲ ਹੋਏ ਜੀ, ਹੈਗੇ। ਜੀ, ਜੀ, ਠੀਕ ਹੈ ਜੀ, ਬਿਲਕੁਲ। ਇਹ ਇੱਕ ਬੜੀ ਵੱਖਰੀ ਜੀ ਗੱਲ ਹੈਗੀ ਉੱਥੇ ਸੀ। ਤਰ੍ਹਾਂ ਤਰ੍ਹਾਂ ਦੇ ਵਿਲੱਖਣਤਾ ਕਿਸਮਾਂ ਰਾਹੀਂ ਲੋਕ ਨੇ ਜਿਹੜੇ ਪਹੁੰਚੇ ਨੇ ਜੀ। ਕੋਈ ਹਮਰ ਗੱਡੀਆਂ ਦੇ ਪਿੱਛੇ ਟਰਾਲੀਆਂ ਪਾ ਕੇ ਪਹੁੰਚੇ ਨੇ, ਵੱਡੀਆਂ ਗੱਡੀਆਂ ਦੇ ਵਿੱਚ ਵੀ ਪਹੁੰਚੇ ਨੇ, ਜਿਵੇਂ ਜਿਸ ਤਰ੍ਹਾਂ ਲੱਗਿਆ ਜੀ। ਛੋਟੇ ਬੱਚੇ ਛੋਟੀ ਛੋਟੀਆਂ ਗੱਡੀਆਂ ਜਿਹੜੀਆਂ ਮੋਡੀਫਾਈ ਕਰਕੇ ਬਣਾਈਆਂ ਗਈਆਂ ਨੇ, ਆਪਣੀ ਫੈਮਲੀਆਂ ਨੂੰ ਲੈ ਕੇ ਪਹੁੰਚੇ ਨੇ ਜੀ। ਇੱਕ ਗੱਲ ਮੈਂ ਹੋਰ 'ਚ ਸ਼ਾਮਲ ਕਰਨੀ ਚਾਹੁੰਦਾ ਜੀ, 26 ਫਰਵਰੀ ਨੂੰ ਜੀ ਪੂਰੇ ਭਾਰਤ ਦੇ ਜਿਹੜੇ ਵਪਾਰੀ ਆ ਜੀ ਉਹ GST ਦੇ ਖਿਲਾਫ ਜੀ ਭਾਰਤ ਬੰਦ ਦਾ ਐਲਾਨ ਉਹਨਾਂ ਨੇ ਕੀਤਾ। ਜੀ ਜੀ ਮਤਲਬ ਇਹਦਾ ਮਤਲਬ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਤੋਂ ਪ੍ਰਭਾਵਿਤ ਹੋ ਕੇ ਜੀ ਬਿਲਕੁਲ। ਵਪਾਰੀਆਂ ਨੇ ਵੀ ਸੋਚਿਆ ਕਿ ਅਸੀਂ ਵੀ GST ਤੇ ਗੱਲ ਕਰ ਸਕਦੇ ਹਾਂ। ਜੀ ਜੀ ਬਿਲਕੁਲ ਕਰ ਸਕਦੇ, ਔਰ ਇਹ ਸਰਕਾਰ ਬੁਰੀ ਤਰ੍ਹਾਂ ਘਿਰੀ ਹੋਈ ਹੈ। ਬੇਸ਼ੱਕ ਜੋ ਮਰਜ਼ੀ ਉੱਥੇ ਲੋਕ ਸਭਾ 'ਚ ਰਾਜ ਸਭਾ 'ਚ ਬਿਆਨ ਦੇਈ ਜਾਣ। ਜੀ ਹੁਣ ਤੁਸੀਂ ਦੇਖੋ, ਲੋਕ ਸਭਾ ਦੀ ਗੱਲ ਆਈ, ਰਾਜ ਸਭਾ ਦੇ ਵਿੱਚ 4 ਮੈਂਬਰ ਜਿਹੜੇ ਸੀਗੇ ਉਹ ਰਿਟਾਇਰ ਹੋ ਗਏ। ਜੀ ਚਾਰਾਂ ਵਿੱਚੋਂ ਇੱਕ ਸੀ ਗੁਲਾਮ ਨਬੀ ਆਜ਼ਾਦ। ਜੀ ਬਿਲਕੁਲ। ਪ੍ਰਧਾਨ ਮੰਤਰੀ ਨੇ ਅਥਰੂ ਕੇਰੇ ਜੀ। ਕਿ ਇਹ ਤਾਂ ਮੇਰੇ ਬੜੇ ਮਿੱਤਰ ਸੀ ਜੀ, ਜੀ, ਹੈ ਜੀ। ਜੀ, ਜੀ। ਹੁਣ ਤੁਸੀਂ ਦੇਖੋ, ਉਹ ਅਥਰੂ ਕੇਰਨ ਤੇ, ਪ੍ਰਧਾਨ ਮੰਤਰੀ ਦੇ ਗਲਾ ਭਰ ਕੇ ਬੋਲਣ ਤੇ, ਜੀ, ਅਥਰੂ ਜੀ। ਕੇਰਨ ਤੇ ਜੀ, ਜੀ, ਜੀ। ਲੋਕਾਂ ਨੇ ਕਿਹਾ ਤੇ ਮਗਰਮੱਛ ਦੇ ਅਥਰੂ ਜੀ ਹੈ। ਬਿਲਕੁਲ। ਮੀਡੀਆ ਨੇ ਵੀ ਉਹਨੂੰ ਬਾਰੀ-ਬਾਰੀ ਦਿਖਾ ਰਹੇ ਨੇ, ਮੀਡੀਆ ਵੀ ਉਹਨੂੰ ਬਹੁਤ ਹਾਈਲਾਈਟ ਕਰ ਰਿਹਾ। ਹਾਈਲਾਈਟ ਕੀਤਾ ਬੇਸ਼ੱਕ, ਪਰ ਲੋਕਾਂ ਨੇ ਉਹਨੂੰ ਉਹਦਾ ਮਜ਼ਾਕ ਉਡਾਇਆ। ਜੀ ਬਿਲਕੁਲ ਬਿਲਕੁਲ। ਉਹ ਕਹਿੰਦੇ ਅਥਰੂ ਉਹ ਸੀ ਜੀ। ਜਿਹੜੇ ਰਕੇਸ਼ ਟਕੈਤ ਦੀਆਂ ਅੱਖਾਂ ਚੋਂ ਜੀ ਜੀ ਡਿੱਗੇ ਸੀ, ਜੀ ਜੀ ਬਿਲਕੁਲ। ਜਿਨੇ ਇੰਨਾ ਵੱਡਾ ਸੈਲਾਬ ਲੈ ਆਂਦਾ, ਜੀ ਜੀ ਹੜ ਲੈ ਆਂਦਾ ਜੀ, ਲੋਕਾਂ ਜੀ, ਦਾ, ਜੀ, ਜੀ। ਦਿੱਲੀ ਦੀਆਂ ਬਰੂਹਾਂ ਤੇ ਲਿਆ ਕੇ ਲੋਕਾਂ ਨੂੰ ਬਿਠਾ ਦਿੱਤਾ। ਜੀ ਬਿਲਕੁਲ। ਉਹ ਅਥਰੂ ਸੀ। ਜੀ ਬਿਲਕੁਲ। ਤੁਹਾਡੇ ਵੱਲੋਂ ਜਿਹੜੇ ਕੇਰੇ ਜਾਂਦੇ ਅਥਰੂ, ਇਹ ਤਾਂ ਜੀ ਬਿਲਕੁਲ। ਇੱਕ ਜਗ੍ਹਾ ਕਿਤੇ ਕੁਝ ਬੰਦਿਆਂ ਦੀ ਡੈਥ ਹੋਈ ਸੀ, ਉੱਤੇ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, ਜਿਹੜੇ 10 ਕਿਲੋਮੀਟਰ ਤੇ ਬੈਠੇ 200 ਕਿਸਾਨ ਨੇ ਜਿਹੜੇ ਸ਼ਹੀਦ ਹੋ ਗਏ, ਉਹਨਾਂ ਬਾਰੇ ਇੱਕ ਵੀ ਟਵੀਟ, ਇੱਕ ਵੀ ਲਫ਼ਜ਼ ਨਹੀਂ ਬੋਲਿਆ ਗਿਆ। ਮੰਦਭਾਗੀ ਜਿਹੜੀ ਗੱਲ ਇਹ ਰਹੀ ਜੀ, ਪੂਰੇ ਸੈਸ਼ਨ ਦੇ ਦੌਰਾਨ ਇੱਕ ਵਾਰੀ ਵੀ ਪ੍ਰਧਾਨ ਮੰਤਰੀ ਦੇ ਮੂੰਹੋਂ ਜਿਹੜੇ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਬਾਰੇ ਗੱਲ ਨਹੀਂ ਕੀਤੀ। ਬਿਲਕੁਲ। ਇੱਕ ਵਾਰ ਤੁਹਾਨੂੰ ਯਾਦ ਹੋਊਗਾ, ਜਦੋਂ ਕਿਸਾਨਾਂ ਦੀ ਭਾਰਤ ਸਰਕਾਰ ਦੇ ਮੰਤਰੀਆਂ ਨਾਲ ਗੱਲ ਹੁੰਦੀ ਸੀ ਤੇ ਕਿਸਾਨਾਂ ਨੇ ਜੀ ਮੰਤਰੀਆਂ ਨੂੰ ਮਜਬੂਰ ਕਰਤਾ ਜੀ ਕਿ ਉਹ ਉਹਨਾਂ ਕਿਸਾਨਾਂ ਦੇ ਜਿਹੜੇ ਸ਼ਹੀਦ ਹੋ ਗਏ ਆ ਉਹਨਾਂ ਦੀ ਯਾਦ ਵਿੱਚ 2 ਮਿੰਟ ਦਾ ਮੌਨ ਰੱਖਣ। ਜੀ ਮੀਟਿੰਗ ਸ਼ੁਰੂ ਹੋਣ ਤੋਂ ਜੀ ਜੀ ਉਹਨਾਂ ਨੇ ਬੜੇ ਔਖੇ ਭਾਰੇ ਹੋ ਕੇ ਖੜੋਣਾ ਪਿਆ ਉਹਨਾਂ ਨੂੰ, ਜੀ ਜੀ ਮੌਨ ਵੀ ਰੱਖਣਾ ਪਿਆ, ਜੀ। ਪਰ ਉਹਨਾਂ ਦਾ ਦਿਲ ਅੰਦਰੋਂ ਬਲੁੰਦਰਾ ਗਿਆ ਵੀ ਇਹ ਸਾਡੇ ਕੋਲੋਂ ਕੀ ਕਰਾਈ ਜਾਂਦਾ ਹੈ। ਜੀ ਜੀ ਠੀਕ ਹੈ ਜੀ, ਜੀ। ਜੀ। ਹੁਣ ਦੇਖੋ, ਮੀਡੀਆ ਦੀ ਮੈਂ ਗੱਲ ਕੀਤੀ ਸੀ ਵੀ ਕੁਝ ਮੀਡੀਆ ਜਿਹੜਾ ਵਾ ਉਹ ਇੱਕ ਪੱਖ ਨੂੰ ਹੀ ਦਿਖਾਈ ਜਾਂਦਾ। ਜੀ ਉਸ ਮੀਡੀਆ ਚ ਇੱਕ ਮੈਂ ਨਾਂ ਲੈਣ ਚ ਕੋਈ ਝਿਜਕ ਨਹੀਂ ਮਹਿਸੂਸ ਕਰਦਾ। ਜੀ ਨਿਊਜ਼ ਹੈ ਜੀ ਜੀ ਬਿਲਕੁਲ। ਜੀ ਨਿਊਜ਼ ਨੇ ਇੱਕ ਨਿਊਜ਼ ਦਿੱਤੀ ਜੀ ਬੜੀ ਹੈਰਾਨੀ ਵਾਲੀ ਜੀ। ਕਿ ਪ੍ਰਧਾਨ ਮੰਤਰੀ ਦੀ ਦਾੜੀ ਵੇਖ ਕੇ, ਜੀ। ਹਾਂਜੀ, ਜੀ। ਜਿਹੜੇ ਉਹ ਟੈਗੋਰ ਨਾਲ ਜੋੜਦੇ ਪਹਿਲਾਂ ਤਾਂ। ਜੀ 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 ਹੈਂ? ਬਿਲਕੁਲ। ਹੁਣ ਦੇਖੋ, ਪ੍ਰਧਾਨ ਮੰਤਰੀ ਟੈਗੋਰ ਨੂੰ ਟੈਗੋਰ ਕਹਿੰਦੇ। ਜੀ ਜੀ ਟੈਗੋਰ। ਜੀ 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 ਟੈਗੋਰ ਨਹੀਂ, ਉਹ ਟੈਗੋਰ ਹੈ ਜੀ, ਰਵਿੰਦਰਨਾਥ ਟੈਗੋਰ। ਜੀ ਬਿਲਕੁਲ। ਰਵਿੰਦਰਨਾਥ ਟੈਗੋਰ, ਟੈਗੋਰ ਜੀ। ਠੀਕ ਹੈ ਜੀ, ਜਿਹੜੇ ਬੰਗਾਲ ਦੇ ਬਹੁਤ ਵੱਡੇ ਜਿਹੜੇ ਕਵੀ ਹੋਏ ਆ, ਬੜੇ ਵੱਡੇ ਸਾਹਿਤਕਾਰ ਹੋਏ ਆ, ਜੀ, ਜੀ। ਔਰ ਉਹਨਾਂ ਵਰਗੀ ਦਾੜੀ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਜੀ, ਤੇ ਉਹ ਜੀ ਨਿਊਜ਼ ਕਹਿੰਦਾ ਜੀ ਪ੍ਰਧਾਨ ਮੰਤਰੀ ਦੀ ਦਾੜੀ ਵੇਖ ਕੇ ਤਾਂ ਪਾਕਿਸਤਾਨ ਵੀ ਡਰ ਗਿਆ। ਜੀ 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 ਜੇ ਉਹ ਦੇਖ ਕੇ ਡਰ ਗਿਆ ਜੀ। ਤੇ ਚੀਨ ਨੂੰ ਵੀ ਡਰਾ ਲੈਣਾ ਸੀ ਏਦਾਂ। ਜੀ ਜੀ ਬਿਲਕੁਲ। ਠੀਕ ਹੈ ਜੀ। ਬਿਲਕੁਲ। ਫਿਰ ਆਂਢੀ ਗੁਆਂਢੀ ਜਿਹੜੇ ਹੈਗੇ ਆ ਮੁਲਕ, ਉਹਨਾਂ ਨੂੰ ਵੀ ਏਦਾਂ ਦਬਾ ਲਓ। ਜੀ ਜੀ ਠੀਕ ਹੈ ਜੀ। ਫਿਰ ਤੁਸੀਂ ਜੇ ਦਾੜੀ ਨਾਲ ਹੀ ਡਰ ਗਏ ਹੈਗੇ ਦੇਸ਼, ਜੀ, ਜੀ। ਫਿਰ ਰਫੇਲ ਕਦ ਲਈ ਲੈਂਦੇ? ਜੀ ਬਿਲਕੁਲ। ਉਹ ਇਸ ਤੇ ਤਰ੍ਹਾਂ ਹੀ- ਇੰਨਾ ਖਰਚ ਕੀਤਾ ਹੈਗਾ। ਜੀ 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 ਬਿਲਕੁਲ। ਮਤਲਬ ਵਾਹਿਯਾਤ ਤਰੀਕੇ ਦੇ ਨਾਲ ਮੀਡੀਆ ਆਪਦਾ ਰੋਲ ਅਦਾ ਕਰ ਰਿਹਾ। ਬੜੀ ਹੈਰਾਨੀ ਹੁੰਦੀ ਹੈ ਇਹੋ ਜਿਹੀਆਂ ਗੱਲਾਂ ਸੁਣ ਕੇ, ਔਰ ਹਾਸਾ ਵੀ ਆਉਂਦਾ। ਤੇ ਤਕਲੀਫ ਇਹ ਹੁੰਦੀ ਆ ਕਿ ਸਾਡੇ ਦੇਸ਼ ਦਾ ਮੀਡੀਆ ਜੀ ਕਿੰਨਾ ਵਿਕਾਊ ਸਾਬਤ ਹੋ ਰਿਹਾ। ਜੀ ਬਿਲਕੁਲ। ਤੁਸੀਂ ਇਹਦੀ ਗੱਲ ਕਰਦੇ ਹੋ ਵੀ ਦੂਸਰੇ ਦੇਸ਼ਾਂ ਦੇ ਡਰਨ ਦੀ ਗੱਲ ਕਰ ਰਹੇ ਹਾਂ। ਜਿਸ ਤਰ੍ਹਾਂ ਇੱਕ ਬਾਹਰੋਂ ਜੇ ਕੋਈ ਟਵੀਟ ਕਰ ਦਿੰਦਾ, ਉਹਦੀਆਂ ਬਹੁਤ ਮਿਰਚਾਂ ਲੱਗਦੀਆਂ ਨੇ। ਜਦੋਂ ਦੂਜਿਆਂ ਦੇ ਮਾਮਲੇ ਦੇ ਵਿੱਚ, ਜੇ ਹੁਣ ਪਾਕਿਸਤਾਨ ਦੇ ਵਿੱਚ ਪਿਆਜ਼ ਮਹਿੰਗਾ ਹੋਇਆ, ਇੰਡੀਆ ਨੇ ਕੀ ਲੈਣਾ ਜੀ? ਉਹ ਪਾਕਿਸਤਾਨ ਵਾਲੇ ਜਾਣਨ, ਜਾਂ ਚੀਨ ਦੇ ਵਿੱਚ ਕੀ ਹੋ ਰਿਹਾ। ਜੇ ਉਹਨਾਂ ਨਾਲ ਕੋਈ ਡਾਇਰੈਕਟ ਆਪਣੀ LOC ਦੇ ਉੱਤੇ ਕੋਈ ਪ੍ਰੋਬਲਮ ਆ ਰਹੀ ਆ, ਤਾਂ ਉਹਦੇ ਬਾਰੇ ਤਾਂ ਬੋਲਣਾ ਬਣਦਾ। ਜੇ ਪਾਕਿਸਤਾਨ ਦੇ ਵਿੱਚ ਕੁਝ ਹੋ ਰਿਹਾ, ਜਾਂ ਚੀਨ ਦੇ ਵਿੱਚ ਕੁਝ ਹੋ ਰਿਹਾ, ਜਾਂ ਪਾਕਿਸਤਾਨ 'ਚ ਟਮਾਟਰ ਮਹਿੰਗੇ ਹੋ ਰਹੇ ਨੇ, ਇਹ ਇਹਨਾਂ ਨੇ ਇੱਕ ਹਾਈਲਾਈਟ ਨਿਊਜ਼ ਕਰਨੇ ਆ। ਉਹ ਰਫੇਲ ਆਇਆ ਜੀ, ਪਾਕਿਸਤਾਨ ਕੰਬ ਰਿਹਾ, ਚੀਨ ਕੰਬ ਰਿਹਾ, ਉਹਨਾਂ ਕੋਲੇ ਪਹਿਲੇ ਖੜੇ ਨੇ ਜੀ। ਜੀ ਜੀ ਜੀ। ਇਹ ਚਲੋ ਠੀਕ ਹੈ, ਤੁਹਾਡੇ ਕੋਲ ਆ ਗਏ, ਤੁਸੀਂ ਉਹਦਾ ਗੁਣਗਾਨ ਜਿੱਦਾਂ ਮਰਜ਼ੀ ਕਰੋ, ਜੀ। ਪਰ ਤੁਸੀਂ ਗੱਲੀ ਬਾਤੀ ਨਹੀਂ ਕਿਸੇ ਨੂੰ ਡਰਾ ਸਕਦੇ। ਜੀ ਜੀ ਠੀਕ ਹੈ ਜੀ। ਉਹਨਾਂ ਨੇ ਡਰਾ ਕੇ ਤੁਸੀਂ ਕੀ ਦਿਖਾਉਣਾ ਚਾਹੁੰਦੇ ਹੋ? ਜੀ। ਇਹੋ ਜਿਹੀਆਂ ਗੱਲਾਂ ਕਰਕੇ ਹੁਣ ਕਈ ਵਾਰੀ ਆਉਂਦਾ ਜੀ ਸਵਾਲ ਵੀ ਕੋਈ ਵਿਅਕਤੀ ਪੁੱਛਦਾ ਸਵਾਲ ਪ੍ਰਧਾਨ ਮੰਤਰੀ ਨੂੰ, ਜੀ ਜਵਾਬ ਜੀ ਨਿਊਜ਼ ਦਿੰਦਾ। ਜੀ ਬਿਲਕੁਲ। ਕੋਈ ਰੱਖਿਆ ਮੰਤਰੀ ਨੂੰ ਗੱਲ ਪੁੱਛੀ ਜਾਂਦੀ ਹੈ, ਜੀ ਜੀ ਜੀ। ਜਵਾਬ ਜਿਹੜਾ ਉਹ ਕੋਈ ਹੋਰ ਚੈਨਲ ਚੈਨਲ ਦਿੰਦਾ ਜੀ। 2-3 ਜਿਹੜੇ ਚਹੇਤੇ ਚੈਨਲ ਨੇ ਜੀ, ਰਿਪਬਲਿਕ ਹੋਇਆ, ਇਹ ਇਹਨਾਂ ਦੇ। ਮਤਲਬ ਇਹ ਕੀ ਤਰੀਕਾ ਸਾਰਾ? ਜੀ ਜੀ। ਇਹ ਅਸੀਂ ਕੀ ਸਾਬਤ ਕਰਨਾ ਚਾਹੁੰਦੇ? ਜੀ ਜੀ ਜੀ। ਠੀਕ ਹੈ ਨਾ। ਇਹ ਸਿਆਣਪ ਨਹੀਂ ਹੈ। ਮੀਡੀਆ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਜੋ ਗਲਤ ਹੈ ਉਹਨੂੰ ਗਲਤ ਕਹਿਣਾ ਚਾਹੀਦਾ, ਜੋ ਠੀਕ ਹੈ ਉਹਨੂੰ ਠੀਕ ਕਹਿਣਾ ਚਾਹੀਦਾ।
ਤਾਂ ਹੀ ਗੱਲ ਬਣਨੀ ਆ। ਐਵੇਂ ਡਰਾਉਣ ਦੇ ਨਾਲ ਗੱਲਾਂ ਕਰਕੇ ਕੋਈ ਨਹੀਂ ਡਰਦਾ, ਕੋਈ ਨਹੀਂ ਪ੍ਰਭਾਵਿਤ ਹੁੰਦਾ। ਸੱਚਾਈ ਜਿਹੜੀ ਆ ਉਹ ਜਿਹੜੀ ਸਾਹਮਣੇ ਆ ਜਾਂਦੀ ਹੈ। ਰਾਜਨੀਤਿਕ ਪਾਰਟੀਆਂ ਦੀ ਗੱਲ ਤੁਸੀਂ ਕਰਨ ਲੱਗੇ ਸੀ ਕੋਈ? ਜੀ ਮੈਂ ਸਿਰਫ ਇਹੀ ਕਹਿਣਾ ਚਾਹੁੰਦਾ ਸੀ ਵੀ ਇਹ ਪਹਿਲੀ ਸਰਕਾਰ ਦੇਖਿਆ ਜੀ ਪੂਰੇ 70-72 ਸਾਲ ਦੇ ਵਿੱਚ ਜਿਹੜੀ ਮਤਲਬ ਲੋਕ ਇਸ ਸਰਕਾਰ ਤੋਂ ਕੁਝ ਮੰਗਦੇ ਨਹੀਂ, ਲੋਕ ਤਾਂ ਇਹ ਚਾਹੁੰਦੇ ਨੇ ਵੀ ਜਿਹੜਾ ਕੁਝ ਹੈਗਾ ਉਹ ਬਚਿਆ ਰਹੇ ਸਾਡਾ। ਵੀ ਇਹ ਪਹਿਲੀ ਸਰਕਾਰ ਆ 70 ਸਾਲਾਂ ਦੇ ਵਿੱਚ ਵੀ ਇਹ ਤੋਂ ਕੋਈ ਮੰਗ ਨਹੀਂ ਰਿਹਾ ਕੁਝ, ਉਹ ਕਹਿੰਦੇ ਵੀ ਜਿਹੜਾ ਕੁਝ ਸਾਡੇ ਕੋਲ ਬਚਿਆ ਸਾਡਾ ਇਹੀ ਰਹਿਣ ਦਿਓ, ਸਾਨੂੰ ਕੋਈ ਜ਼ਰੂਰਤ ਨਹੀਂ ਹੈਗੀ। ਰਾਜਸਥਾਨ ਦੀ ਗੱਲ ਮੈਂ ਕੀਤੀ ਸੀ ਜੀ ਵੀ ਖਾਪ ਪੰਚਾਇਤਾਂ ਉੱਥੇ ਹੁੰਦੀਆਂ, ਰਾਜਸਥਾਨ ਦੇ ਲੋਕ ਵੱਡੀ ਪੱਧਰ ਤੇ ਕਿਸਾਨੀ ਅੰਦੋਲਨ 'ਚ ਸ਼ਾਮਲ ਹੋ ਗਏ। ਤੁਹਾਨੂੰ ਯਾਦ ਹੋਣਾ ਜੀ ਜਦੋਂ ਪੰਜਾਬ ਵਿੱਚ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਸੀ ਤਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਇਸ ਅੰਦੋਲਨ ਦਾ ਜਿਹੜਾ ਮੂੰਹ ਆਪਦੇ ਵੱਲ ਨੂੰ ਕਰਨ ਦੀ ਕੋਸ਼ਿਸ਼ ਕੀਤੀ ਜਾਂ ਇਹਦੇ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ, ਇਸ ਅੰਦੋਲਨ ਨੂੰ ਆਪਣੇ ਪੱਖ 'ਚ ਕਰਨ ਦੀ ਕੋਸ਼ਿਸ਼ ਕੀਤੀ। ਉਦੋਂ ਵੀ ਰਾਜੀਵ ਗਾਂਧੀ ਜਿਹੜੇ ਸੀਗੇ, ਰਾਹੁਲ ਗਾਂਧੀ, ਉਹ ਟਰੈਕਟਰ ਰੈਲੀ ਕਰਨ ਆਏ ਪੰਜਾਬ ਵਿੱਚ। ਅਕਾਲੀ ਦਲ ਨੇ ਵੀ 3 ਥਾਵਾਂ ਤੋਂ ਵੱਖਰੇ ਵੱਖਰੇ ਥਾਵਾਂ ਤੋਂ 3 ਤਖਤਾਂ ਤੋਂ ਰੈਲੀਆਂ ਕੀਤੀਆਂ। ਆਮ ਆਦਮੀ ਪਾਰਟੀ ਨੇ ਵੀ ਚੰਗੇ ਘੋੜੇ ਦੌੜਾਏ, ਬੀਜੇਪੀ ਨੇ ਵੀ ਟਰਾਈ ਕੀਤੀ, ਗੱਲ ਬਣੀ ਨਹੀਂ। ਹੁਣ ਜੀ ਰਾਹੁਲ ਗਾਂਧੀ ਰਾਜਸਥਾਨ ਚਲੇ ਗਏ, ਉੱਥੇ ਵੀ ਉਹ ਉਸੇ ਤਰੀਕੇ ਦੀ ਗੱਦੀ ਵਾਲੀ ਸੀਟ ਬਣਾ ਕੇ ਟਰੈਕਟਰ ਤੇ ਉਹ ਕਿਸਾਨਾਂ ਦੇ ਹੱਕ ਵਿੱਚ ਰੈਲੀ ਕਰ ਰਹੇ ਆ। ਕਿੰਨਾ ਕੁ ਹੱਕ ਪੂਰ ਰਿਹਾ ਉਹਨਾਂ ਦਾ, ਕਿੰਨੀ ਕੁ ਕਿਸਾਨਾਂ ਨੂੰ ਇਹ ਗੱਲ ਚੰਗੀ ਉਹਨਾਂ ਦੀ ਲੱਗੂ ਕਿ ਨਹੀਂ ਲੱਗੂ, ਮੈਂ ਇਸ ਬਹਿਸ ਨਹੀਂ ਪੈਣਾ ਚਾਹੁੰਦਾ। ਇਹ ਜ਼ਰੂਰ ਗੱਲ ਹੈ ਕਿ ਰਾਜਨੀਤਿਕ ਪਾਰਟੀਆਂ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਪਾਰਲੀਮੈਂਟ ਦੇ ਵਿੱਚ। ਉਹਨਾਂ ਨੇ ਗੱਲ ਰੱਖੀ ਔਰ ਮਜਬੂਰ ਹੋ ਕੇ ਰੱਖੀ। ਜੀ ਬਿਲਕੁਲ, ਰਾਹੁਲ ਗਾਂਧੀ ਵੱਲੋਂ ਜੋ ਵੀ ਉੱਥੇ ਸੈਸ਼ਨ ਦੇ ਦੌਰਾਨ ਕਿਹਾ ਜਾਂਦਾ ਸੀ, ਬਲਕਿ ਸਪੀਕਰ ਵੱਲੋਂ ਕਿਹਾ ਜਾਂਦਾ ਸੀ ਬਜਟ ਦੇ ਉੱਤੇ ਚਰਚਾ ਕਰੋ, ਉਹ ਵਾਰੀ ਇਹ ਕਹਿ ਰਹੇ ਸੀ ਪਹਿਲਾਂ ਕਿਸਾਨੀ ਦੇ ਉੱਤੇ ਸੀ ਜਿਹੜੀ ਚਰਚਾ। ਕਿਸਾਨੀ ਬਜਟ ਦਾ ਹਿੱਸਾ ਨਹੀਂ ਹੈਗੀ। ਜੀ ਬਿਲਕੁਲ, ਠੀਕ ਹੈ ਜੀ। ਤੇ ਉਹ ਚਲੋ ਖੈਰ ਉੱਥੇ ਦੇਖੋ ਜੀ ਪਾਰਲੀਮੈਂਟ ਦੇ ਵਿੱਚ ਅਕਾਲੀ ਦਲ ਦੀ ਸਿਮਰਨਜੀਤ ਨੇ ਵੀ, ਬਾਦਲ ਨੇ ਵੀ ਚੰਗਾ ਰੋਲ ਅਦਾ ਕੀਤਾ, ਭਗਵੰਤ ਮਾਨ ਨੇ ਵੀ ਬਹੁਤ ਵਧੀਆ ਗੱਲ ਕੀਤੀ, ਬਹੁਤ ਸਾਰੀਆਂ ਹੋਰ ਜਿਹੜੀਆਂ ਸ਼ਖਸੀਅਤਾਂ ਸੀਗੀਆਂ ਉਹਨਾਂ ਨੇ ਅੱਛਾ ਰੋਲ ਅਦਾ ਕੀਤਾ। ਰਾਹੁਲ ਗਾਂਧੀ ਨੇ ਵੀ ਇਸ ਟੌਪਿਕ ਦੇ ਉੱਤੇ ਚੰਗਾ ਸਟੈਂਡ ਲਿਆ, ਪਰ ਇਸ ਅੰਦੋਲਨ ਨੂੰ ਆਪਦੇ ਪੱਖ ਵਿੱਚ ਭੁਗਤਾਉਣ ਦੇ ਲਈ ਜਿਹੜੀ ਰਾਜਨੀਤਿਕ ਪਾਰਟੀਆਂ ਦੀ ਕੋਸ਼ਿਸ਼ ਹੈ ਉਹ ਕੋਈ ਬਹੁਤੀ ਸ਼ਲਾਘਾ ਵਾਲੀ ਨਹੀਂ ਹੈਗੀ। ਜੀ ਬਿਲਕੁਲ, ਕਿਸਾਨਾਂ ਨੇ ਪਹਿਲੇ ਦਿਨ ਤੋਂ ਹੀ ਨਕਾਰਿਆ ਹੈ ਵੀ ਕਿਸੇ ਵੀ ਰਾਜਨੀਤਿਕ ਦਲ ਨੂੰ ਅਸੀਂ ਆਪਣੀ ਇੱਥੇ ਤੁਸੀਂ ਆ ਸਕਦੇ ਹੋ, ਬਾਹਰ ਬੈਠੋ, ਜਿਵੇਂ ਮਤਲਬ ਆਮ ਪਬਲਿਕ ਬੈਠੀ ਆ, ਵੀ ਕਿਸੇ ਨੂੰ ਸਟੇਜ ਨਹੀਂ ਉਹ ਦਿੱਤੀ ਜਾਊਗੀ। ਸਟੇਜ ਤੇ ਚੌਧਰੀ ਬਣ ਕੇ ਤੁਸੀਂ ਸੋਚੋ ਵੀ ਹੁਣ ਮੇਰੀ ਵਾਰੀ ਹੈ ਤੇ ਉੱਥੇ ਘੜੀ ਕੇ ਪਿੱਛੋਂ ਨਾਰੇ ਮੇਰੇ ਹੱਕ 'ਚ ਵੱਜਣ ਤੇ ਸਟੇਟ ਸੈਕਟਰੀ ਬਾਰ-ਬਾਰ ਕਵੇ ਕਿ ਅੱਜ ਦੇ ਜਿਹੜੇ ਮੁੱਖ ਮਹਿਮਾਨ ਇਹ ਆ ਉਹ ਨਹੀਂ ਕਰਨਾ ਚਾਹੁੰਦੇ। ਔਰ ਦੇਖੋ ਉਸੇ ਕਰਕੇ ਅੰਦੋਲਨ ਜਿਹੜਾ ਜ਼ਿਆਦਾ ਚੱਲ ਰਿਹਾ। ਬਿਲਕੁਲ, ਮੈਂ ਇਹੀ ਗੱਲ ਲੱਗਾ ਸੀ ਕਹਿਣ ਕਿ ਜੇ ਇਦਾਂ ਨਹੀਂ ਕੀਤਾ, ਕੰਟਰੋਲ ਕੀਤਾ, ਤੇ ਅੱਜ ਜਿਹੜਾ ਏਕਤਾ ਦਾ ਸਬੂਤ ਕਿਸਾਨਾਂ ਦੇ ਵਿੱਚ ਹੈਗਾ ਉਹ ਇਸੇ ਕਰਕੇ ਹੀ ਆ। ਕਿਸਾਨਾਂ ਨੇ ਆਪਦੇ ਪੱਖ ਨੂੰ ਮਜ਼ਬੂਤੀ ਨਾਲ ਪੇਸ਼ ਕੀਤਾ ਹੈਗਾ, ਇਸੇ ਲਈ ਕੀਤਾ ਕਿ ਕਿਸੇ ਪਾਰਟੀ ਦੇ ਪਿੱਛ ਲੱਗ ਨਹੀਂ ਬਣੇ। ਜੀ ਬਿਲਕੁਲ, ਜਿਹੜਾ 75 ਦਿਨ ਤੋਂ ਇਹ ਜਿਹੜਾ ਚੱਲ ਰਿਹਾ ਲਗਾਤਾਰ ਕਿਸਾਨੀ ਅੰਦੋਲਨ ਚੱਲ ਰਿਹਾ, ਇੱਥੇ ਜੋ ਵੀ ਤਕਰੀਰਾਂ ਹੁੰਦੀਆਂ ਨੇ ਜੀ, ਅੱਜ ਬੱਚਾ ਹਰ ਇੱਕ ਚੀਜ਼ ਬਾਰੇ ਨੌਲੇਜ ਆ ਜਿਹੜੀ ਸਿਸਟਮ ਬਾਰੇ ਹਰ ਇੱਕ ਬੰਦੇ ਨੂੰ ਵੱਧਦੀ ਜਾ ਰਹੀ ਹੈ ਦਿਨੋਂ ਦਿਨ। ਮਤਲਬ ਹਰ ਇੱਕ ਬੰਦਾ ਹੋਰ ਐਜੂਕੇਟ ਹੋ ਰਿਹਾ ਉੱਥੇ ਬੈਠਾ, ਚਾਹੇ ਮਾਈਆਂ ਨੇ, ਚਾਹੇ ਆਪਣੇ ਬਜ਼ੁਰਗ ਨੇ, ਜਾਂ ਨੌਜਵਾਨ ਵੀਰ ਨੇ ਉੱਥੇ ਜਿਹੜੇ ਸੰਘਰਸ਼ ਦਾ ਹਿੱਸਾ ਬਣੇ ਹੋਏ ਨੇ। ਹਰ ਰੋਜ਼ ਉਹਨਾਂ ਨੂੰ ਨਵੀਆਂ ਚੀਜ਼ਾਂ ਸਿਸਟਮ ਦੇ ਪ੍ਰਤੀ ਜਿਹੜੀਆਂ ਸੁਣਨ ਨੂੰ, ਸਮਝਣ ਨੂੰ ਮਿਲ ਰਹੀਆਂ ਨੇ। ਅੱਜ ਉੱਥੇ ਬੱਚਾ ਹਰ ਇੱਕ ਸਰਕਾਰ ਦੀਆਂ ਪੂਰੀਆਂ ਕੋਝੀਆਂ ਚਾਲਾਂ ਬਾਰੇ, ਸਰਕਾਰ ਦੇ ਪੂਰੇ ਸਿਸਟਮ ਬਾਰੇ ਜਾਣੂ ਹੋ ਰਿਹਾ ਜੀ। ਇੱਕ ਗੱਲ ਮੇਰੀ ਪ੍ਰਧਾਨ ਮੰਤਰੀ ਨੂੰ ਪੁੱਛ ਦਿਓ ਜੀ। ਪ੍ਰਧਾਨ ਮੰਤਰੀ ਨੇ ਪਾਰਲੀਮੈਂਟ 'ਚ ਕਿਹਾ ਕਿ ਜਿਹੜੇ ਪੰਜਾਬ ਦੇ ਵਿੱਚ ਟਾਵਰ ਨੁਕਸਾਨੇ ਗਏ, ਇਹ ਕਿਸਾਨੀ ਅੰਦੋਲਨ ਦਾ ਹਿੱਸਾ ਸੀ। ਜੀ ਮੰਨ ਲਿਆ। ਟੋਲ ਪਲਾਜ਼ਿਆਂ ਬਾਰੇ ਵੀ ਗੱਲ ਕੀਤੀ। ਜੀ ਮੇਰਾ ਸਵਾਲ ਹੈ ਜੀ, ਜੇ ਉਹ ਟਾਵਰ ਨੁਕਸਾਨੇ ਜਾਣਾ ਅੰਦੋਲਨ ਦਾ ਹਿੱਸਾ ਨਹੀਂ ਹੈ ਤੇ ਸੜਕਾਂ ਪੁੱਟਣੀਆਂ ਅੰਦੋਲਨ ਦਾ ਹਿੱਸਾ? ਜੀ ਬਿਲਕੁਲ ਜੀ, ਇਹ ਤੁਹਾਡੀ ਗੱਲ ਮੈਂ ਅੱਜ ਟਵਿੱਟਰ ਦੇ ਉੱਤੇ ਲਾਜ਼ਮੀ ਪ੍ਰਧਾਨ ਮੰਤਰੀ ਨੂੰ ਟੈਗ ਕਰਕੇ ਗੱਲ ਪ੍ਰਧਾਨ ਮੰਤਰੀ ਨੂੰ ਪੁੱਛ ਲਈਏ ਜੀ ਵੀ ਸੜਕਾਂ ਪੁੱਟੀਆਂ ਗਈਆਂ, ਸੜਕਾਂ ਤੇ ਬੈਰੀਕੇਡ ਲਾਏ ਗਏ, ਕੰਡਾਲੀਆਂ ਤਾਰਾਂ ਲਾਈਆਂ, ਕਿੱਲ ਗੱਡੇ ਗਏ। ਜੀ ਬਿਲਕੁਲ, ਇਹ ਕੀ ਹੈ? ਇਹ ਤੁਹਾਨੂੰ ਕਿਹਨੇ ਆਗਿਆ ਦਿੱਤੀ ਹੈਗੀ ਆ? ਠੀਕ ਹੈ ਜੀ। ਜੇ ਉਹਨਾਂ ਨੂੰ ਆਗਿਆ ਨਹੀਂ ਸੀ ਕਿਸਾਨਾਂ ਨੂੰ, ਤਾਂ ਤੁਹਾਨੂੰ ਹੈਗੀ? ਜੀ ਬਿਲਕੁਲ, ਇਹਦਾ ਜਵਾਬ ਪ੍ਰਧਾਨ ਮੰਤਰੀ ਦੇਵੇ ਤੇ ਮੈਨੂੰ ਲੱਗਦਾ ਕਿ ਲੋਕਾਂ ਨੂੰ ਸਪਸ਼ਟ ਹੋ ਜਾਊਗੀ ਪ੍ਰਧਾਨ ਮੰਤਰੀ ਦੀ ਪਾਲਿਸੀ ਵੀ, ਕਿ ਉੱਥੇ ਜਾ ਕੇ ਅੰਦਰ ਪਾਰਲੀਮੈਂਟ ਦੇ ਵਿੱਚ ਕੁਛ ਇਸ ਤਰੀਕੇ ਨਾਲ ਗੱਲਾਂ ਕਰਨੀਆਂ ਤੇ ਉਹ ਕੁਛ ਹੋਰ ਆ, ਅਸਲੀਅਤ ਕੁਛ ਹੋਰ ਆ।
ਜੀ ਬਿਲਕੁਲ। ਕੱਲ ਇੱਕ ਆਪਣੇ ਹਰਿਆਣੇ ਦੇ ਮੰਤਰੀ ਨੇ, ਉਹਨਾਂ ਨੇ ਬਹੁਤ ਇੱਕ ਮੰਦਭਾਗਾ ਬਿਆਨ ਦਿੱਤਾ ਹੈਗਾ ਵੀ ਜਿਹੜੇ ਕਿਸਾਨ ਇੱਥੇ ਮਰੇ ਨੇ, ਕਹਿੰਦੇ ਜੇ ਪਿੰਡਾਂ 'ਚ ਆਪਦੇ ਘਰਾਂ 'ਚ ਆਉਂਦਾ, ਕਹਿੰਦੇ ਉੱਥੇ ਵੀ ਮਰਦੇ। ਦੇਖੋ ਬਹੁਤ ਹੀ ਨਿੰਦਣਯੋਗ ਇਹ ਉਹਨਾਂ ਦੀ ਜਿਹੜੀ ਭਾਸ਼ਾ ਸੀ, ਇਹਨਾਂ ਦੀ ਸੋਚਣੀ ਆ ਨਾ ਜੀ, ਕਿੰਨਾ ਕੁ ਚੰਗਾ ਸੋਚਦੇ। ਬਿਲਕੁਲ ਜਦੋਂ ਉਹਦਾ ਚਾਰੇ ਪਾਸੇ ਵਿਰੋਧ ਹੋਣ ਲੱਗਾ ਜੀ, ਬਾਅਦ ਦੇ ਵਿੱਚ ਫਿਰ ਉਹ ਸਫਾਈਆਂ ਦੇਣ ਲੱਗਿਆ, ਜਦ ਕਿ ਉਹ ਔਨ ਰਿਕਾਰਡ ਕੈਮਰੇ ਦੇ ਸਾਹਮਣੇ ਵਾਰੀ-ਵਾਰੀ ਇਹ ਗੱਲ ਕਹਿ ਰਿਹਾ ਸੀ, ਕਹਿੰਦਾ ਜੇ ਇਹੀ ਬੰਦੇ ਆਪਦੇ ਘਰੇ ਹੁੰਦੇ ਉੱਥੇ ਵੀ ਤਾਂ ਕਹਿੰਦਾ ਇਹਨਾਂ ਨੇ ਮਰਨਾ ਸੀਗਾ। ਮੈਂ ਇੱਕ ਗੱਲ ਤੁਹਾਡੇ ਨਾਲ ਪੁਰਾਣੀ ਸਾਂਝੀ ਕਰਨੀ ਚਾਹੁੰਦਾ ਜੀ। ਇੱਕ ਪੰਜਾਬ ਦੇ ਵਿੱਚ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਕਿਸੇ ਦੀ ਡੈਥ ਹੋ ਗਈ ਜੀ, ਤੇ ਉਦੋਂ ਉਹ ਸਰਕਾਰ ਇਹ ਹੋਣ ਵਾਲੀ ਨਹੀਂ ਸੀ ਹੁੰਦੀ ਜੀ, ਅਕਾਲੀ ਦਲ ਦੀ, ਅਕਾਲੀ ਬੀਜੇਪੀ ਦੀ ਸਰਕਾਰ ਸੀ, ਤੇ ਉਹਨਾਂ ਦੇ ਇੱਕ ਆਗੂ ਨੇ ਕਿਹਾ ਕਿ ਹੁਣ ਤਾਂ ਸਰਕਾਰ ਤੁਹਾਨੂੰ ਦੇ ਰਹੀ ਆ ਜੀ, ਇਸ ਤਰੀਕੇ ਨਾਲ ਮਦਦ ਦੇ ਰਹੀ ਆ, ਤੇ ਜੇ ਉਦਾਂ ਮਰ ਜਾਂਦਾ ਫੇਰ ਕਿਹਨੇ ਦੇਣੀ ਸੀ? ਜੀ, ਸਗੋਂ ਤੁਹਾਨੂੰ ਤਾਂ ਕਹਿ ਲਓ ਵੀ ਵੱਧ ਮਿਲ ਰਹੇ ਨੇ, ਮਰੇ ਦਾ ਸਭ, ਜਿੱਦਾਂ ਕਹਿੰਦੇ ਨਾ ਹਾਥੀ ਜਿੰਦਾ ਦਾ ਲੱਖ ਤੇ ਮਰੇ ਦਾ ਸਵਾ ਲੱਖ, ਤੇ ਤੁਹਾਨੂੰ ਤਾਂ ਫਾਇਦਾ ਹੀ ਹੋ ਗਿਆ। ਮਤਲਬ ਲੋਕ ਜਿਹੜੇ ਆ ਜੀ ਬੇਹੱਦ ਬੇਸ਼ਰਮ ਕਿਸਮ ਦੇ ਲੋਕ ਹੁੰਦੇ ਆ, ਉਹਨਾਂ ਨੂੰ ਇਹੀ ਨਹੀਂ ਪਤਾ ਕਿ ਅਸੀਂ ਗੱਲ ਕਿਹੜੀ ਕਰਨੀ ਆ, ਲੋਕਾਂ ਦੇ ਭਲੇ ਦੀ ਗੱਲ ਕਰਨੀ। ਦੇਖੋ ਇਹਨਾਂ ਨੂੰ ਜਦੋਂ ਲੋਕਾਂ ਦੇ ਲੀਡਰ ਕਿਹਾ ਜਾਂਦਾ, ਲੋਕਾਂ ਦੇ ਭਲੇ ਦੀ ਗੱਲ ਕਰਨੀ ਚਾਹੀਦੀ, ਠੀਕ ਹੈ ਜੀ। ਉਹਨਾਂ ਦੀ ਦੁੱਖ ਦੀਆਂ ਰਗਾਂ ਤੇ ਹੱਥ ਨਹੀਂ ਰੱਖਣਾ ਚਾਹੀਦਾ, ਉਹਨਾਂ ਦੇ ਜ਼ਖਮਾਂ ਤੇ ਲੂਣ ਨਹੀਂ ਪਾਉਣਾ ਚਾਹੀਦਾ, ਸਗੋਂ ਉਹਨਾਂ ਨਾਲ ਹਮਦਰਦੀ ਕਰਨੀ ਚਾਹੀਦੀ। ਬੇਸ਼ੱਕ ਕਿਸਾਨ ਜਿਹੜਾ ਇੱਕ ਬਜ਼ੁਰਗ ਹੈ, ਉਹਨੇ ਠੰਡ ਨਾਲ ਆਪਦੇ ਖੂਹ ਤੇ ਗਿਆ ਵੀ ਮਰ ਸਕਦਾ ਸੀਗਾ ਬੇਸ਼ੱਕ, ਪਰ ਉਹ ਹੁਣ ਤਾਂ ਅੰਦੋਲਨ ਚ ਹੈ ਜੀ। ਉਹਨੇ ਆਪਦੇ ਖੂਹ ਦੀ ਪਰਵਾਹ ਨਹੀਂ ਕੀਤੀ, ਉਹਦੇ ਖੇਤਾਂ ਦੀ ਪਰਵਾਹ ਨਹੀਂ ਕੀਤੀ, ਉਹਦੇ ਧੀਆਂ ਪੁੱਤਾਂ ਦੀ ਪਰਵਾਹ ਨਹੀਂ ਕੀਤੀ, ਉਹ ਉੱਥੇ ਅੰਦੋਲਨ ਚ ਆਇਆ। ਅੰਦੋਲਨ ਵਿੱਚ ਆ ਕੇ ਮਰ ਜਾਂਦਾ, ਤੇ ਅੰਦੋਲਨ ਕਰਨ ਵਾਲਿਆਂ ਦੀ ਵੀ ਜ਼ਿੰਮੇਵਾਰੀ ਹੈ ਤੇ ਸਰਕਾਰ ਦੀ ਜ਼ਿੰਮੇਵਾਰੀ। ਅੰਦੋਲਨ ਕਰਨ ਵਾਲੇ ਜਿਹੜੇ ਆ ਉਹ ਆਪਦੀ ਜ਼ਿੰਮੇਵਾਰੀ ਨਿਭਾ ਰਹੇ ਆ, ਉਹ ਉਹਨੂੰ ਸ਼ਹੀਦ ਕਹਿ ਰਹੇ, ਔਰ ਉਹਦੇ ਲਈ ਆਰਥਿਕ ਮਦਦ ਵੀ ਜੁਟਾ ਰਹੇ ਆ, ਦੇ ਰਹੇ ਆ, ਦੇਣਗੇ ਵੀ। ਪਰ ਸਰਕਾਰ ਉਹਨਾਂ ਨੂੰ ਇਹ ਕੱਲ ਨੂੰ ਤੇ ਹੋ ਸਕਦਾ ਜੀ, ਅਸੀਂ ਪੁਲਵਾਮਾ ਦੇ ਸ਼ਹੀਦਾਂ ਦੀ ਗੱਲ ਕਰਦੇ ਆ, ਸਰਕਾਰ ਉਹਨਾਂ ਨੂੰ ਕਿੰਨੇ ਕੁ ਸ਼ਹੀਦ ਮੰਨਦੀ ਹੈ, ਇਹ ਕਿਸੇ ਤੋਂ ਲੁਕੀ ਛੁਪੀ ਗੱਲ ਨਹੀਂ ਹੈ। ਬਿਲਕੁਲ ਕਾਫੀ ਕੁਝ ਜਿਹੜੇ WhatsApp ਚੈਟ ਵਗੈਰਾ ਲੀਕ ਹੋਈਆਂ ਨੇ, ਉਹ ਸਾਰਾ ਕੁਝ ਮਤਲਬ ਕੀਤਾ ਕਰਾਇਆ ਸੀ, ਉਹ ਜਿਹੜੇ ਪੁਲਵਾਮਾ ਦੇ ਸ਼ਹੀਦਾਂ ਦੀ ਗੱਲ ਜਿਹੜੀ ਆ, ਉਹ ਕੱਲ ਨੂੰ ਵੀ ਸਰਕਾਰ ਨੇ ਵੀ ਕਰਨੀ ਆ, ਹੁਣ ਤੋਂ ਕੱਲ ਨੂੰ ਨਹੀਂ, ਮਤਲਬ ਹੁਣ ਹੀ ਕਰਨੀ ਆ, ਤੇ ਉਹਦੇ ਸਾਰੇ ਜਿਹੜੀ ਇਲੈਕਸ਼ਨ ਜਿੱਤੀ ਗਈ ਹੈ, ਕਿਸੇ ਤੋਂ ਲੁਕੀ ਛੁਪੀ ਗੱਲ ਨਹੀਂ ਹੈ, ਠੀਕ ਹੈ ਜੀ। ਸਰਕਾਰ ਜਦੋਂ ਸ਼ਹੀਦਾਂ ਨੂੰ ਸ਼ਹੀਦ ਆਪ ਕਰਕੇ ਜਾਂ ਸ਼ਹੀਦਾਂ ਦੇ ਕਰਕੇ ਸਰਕਾਰਾਂ ਬਣਾਉਣ ਵਿੱਚ ਕਾਮਯਾਬ ਹੋ ਜਾਂਦੇ ਆ, ਆਪਦੀਆਂ ਗੱਦੀਆਂ ਸਾਂਭਣ ਵਿੱਚ ਕਾਮਯਾਬ ਹੋ ਜਾਂਦੇ ਆ, ਉਦੋਂ ਵੀ ਸ਼ਰਮ ਵਾਲੀ ਗੱਲ ਹੁੰਦੀ ਹੈ। ਕੀ ਜੀ ਇਹਨਾਂ ਦੀ ਅੰਤਰਾਤਮਾ ਨਹੀਂ, ਮਤਲਬ ਨਹੀਂ ਆਤਮਾ ਉਤਮਾ ਤਾਂ ਹੁੰਦੀ ਨਹੀਂ ਜੀ ਕੋਈ ਜੀ, ਇਹਨਾਂ ਦੇ ਅੰਦਰ ਪੁਰਜੇ ਹੈ ਨਹੀਂ ਆ, ਪੁਰਜੇ ਇਸ ਤਰ੍ਹਾਂ ਦੇ ਇਹਨਾਂ ਨੇ ਵੱਡੇ ਕਾਰਜ ਕਰੇ ਹੁੰਦੇ ਨੇ, ਸਿਰਫ ਆਪਦੇ ਆਪ ਨੂੰ ਫਾਇਦਾ ਪਹੁੰਚਾਉਣ ਲਈ, ਆਪਣੀ ਪਾਰਟੀ ਨੂੰ ਫਾਇਦਾ ਪਹੁੰਚਾਉਣ ਲਈ, ਸਿਰਫ ਇੱਕ ਰਾਜਨੀਤੀ ਲਈ। ਕੌਸ਼ਿਕ ਸਾਹਿਬ, ਤੁਹਾਡਾ ਫਿਕਰ ਕਰਨਾ ਇਹ ਬਿਲਕੁਲ ਵਾਜਿਬ ਹੈ, ਪਰ ਇਹਨਾਂ ਦੇ ਅੰਦਰੋਂ ਪੁਰਜਾ ਨਹੀਂ ਹੁੰਦਾ ਜੀ। ਜਿਸ ਪੁਰਜੇ ਨੂੰ ਲੈ ਕੇ ਤੁਸੀਂ ਚਿੰਤਾ ਤੋਂ ਰਹਿ ਗਏ ਹੋ, ਤੁਸੀਂ ਸੋਚਦੇ ਹੋ ਕਿ ਇਹਨਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ, ਜਿੱਦਾਂ ਕਰਨਾ ਚਾਹੀਦਾ, ਮੈਂ ਉਮੀਦ ਨਹੀਂ ਰੱਖਦਾ। ਮੈਂ ਤੇ ਲੋਕਾਂ ਦੇ ਸਿਰ ਤੇ ਉਮੀਦ ਰੱਖਦਾ ਕਿ ਤੁਸੀਂ ਕਿਸਾਨੋ ਸੰਘਰਸ਼ ਕਰ ਰਹੇ ਹੋ, ਮਜ਼ਦੂਰੋ ਸੰਘਰਸ਼ ਕਰ ਰਹੇ ਹੋ, ਇਸ ਸੰਘਰਸ਼ ਵਿੱਚ ਕਾਮਯਾਬੀ, ਜਿਵੇਂ ਰਾਜੇਵਾਲ ਸਾਹਿਬ ਬਾਰ-ਬਾਰ ਕਹਿ ਰਹੇ ਆ ਕਿ ਸ਼ਾਂਤੀ ਰੱਖੋਗੇ ਤੇ ਅੰਦੋਲਨ ਜਿੱਤ ਲਓਗੇ, ਅਹਿੰਸਾ ਆ ਗਈ ਤੇ ਅੰਦੋਲਨ ਹਾਰ ਜਾਓਗੇ। ਅਸੀਂ ਵੀ ਕਹਿੰਦੇ ਆ ਕਿ ਸ਼ਾਂਤੀ ਰੱਖਣੀ ਚਾਹੀਦੀ ਆ, ਸ਼ਾਂਤਮਈ ਅੰਦੋਲਨ ਹੈਗਾ, ਤੇ ਦੁਨੀਆ ਭਰ ਦੇ ਲੋਕ ਤੁਹਾਡੀ ਸਪੋਰਟ ਕਰ ਰਹੇ ਆ, ਸੈਲੀਬ੍ਰਿਟੀਜ਼ ਤੁਹਾਡੀ ਸਪੋਰਟ ਕਰ ਰਹੀਆਂ, ਪੋਲੀਟੀਕਲ ਲੋਕ ਤੁਹਾਡੀ ਸਪੋਰਟ ਕਰ ਰਹੇ ਆ, ਵੱਖ-ਵੱਖ ਸਟੇਟਾਂ ਦੇ ਮੁਖੀ ਤੁਹਾਡੀ ਸਪੋਰਟ, ਸਟੇਟਾਂ ਦਾ ਮਤਲਬ ਭਾਰਤ ਦੀਆਂ ਸਟੇਟਾਂ ਨਹੀਂ, ਸਟੇਟਾਂ ਦਾ ਮਤਲਬ ਦੂਜੇ ਦੇਸ਼, ਉਹ ਤੁਹਾਡੀ ਸਪੋਰਟ ਕਰ ਰਹੇ। ਪੂਰੀ ਦੁਨੀਆ ਦੇ ਵਿੱਚ ਅੱਜ ਇਸ ਜਿਹੜਾ ਫਾਰਮਾ ਐਜੀਟੇਸ਼ਨ ਹੈ, ਇਹਦੀਆਂ ਪੂਰੀਆਂ ਗੱਲਾਂ ਹੋ ਰਹੀਆਂ ਨੇ। ਕੋਈ ਇਸ ਤਰ੍ਹਾਂ ਦਾ ਕੰਟਰੀ ਹੈ ਨਹੀਂ, ਕੋਈ ਇਸ ਤਰ੍ਹਾਂ ਦੇ ਕੰਟਰੀ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਪ੍ਰੋਵਿੰਸ ਜਾਂ ਰਾਜ ਨਹੀਂ ਹੈਗਾ ਜਿੱਥੇ ਇਹਦੇ ਬਾਰੇ ਐਜੀਟੇਸ਼ਨ ਨਹੀਂ ਹੋ ਰਹੇ, ਜਾਂ ਇਹਦੇ ਮਤਲਬ ਹੱਕ ਦੇ ਵਿੱਚ ਮਤਲਬ ਬੋਲਿਆ ਨਹੀਂ ਜਾ ਰਿਹਾ। ਅਸੀਂ ਵੀ ਪੁਲਵਾਮਾ ਦੇ ਜਿਹੜੇ ਸ਼ਹੀਦ ਜੀ ਹੋਏ ਅੱਜ ਤੋਂ 2 ਸਾਲ ਪਹਿਲਾਂ 14 ਫਰਵਰੀ 2019 ਨੂੰ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਜੀ, ਵਾਇਸ ਆਫ ਇੰਡੀਆ ਵੱਲੋਂ। ਲਖਵਿੰਦਰ ਜੀ ਤੁਸੀਂ ਆਏ ਹੋ, ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ।